ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਚੌਥਾ ਭਾਗ ਰਾਜਸੀ ਲਹਿਰਾਂ ਮਾਰਕਸੀ ਰਾਸ਼ਟਰੀ ਤੇ ਸੰਕੀਰਣ ਕਾਂਡ 10 ਪੇਂਡੂ ਕਰਜ਼ਦਾਰੀ ਤੇ ਕਿਰਸਾਨੀ ਅੰਦੋਲਨ। ਪੰਜਾਬ ਕਿਸਾਨ ਖੁਸ਼ਹਾਲੀ ਤੇ ਕਰਜ਼ੇ ਵਿੱਚ। ਮਾਰੂਥਲੀ ਭੂਮੀ ਦੇ ਨਹਿਰੀ ਸਿੰਚਾਈ ਨਾਲ ਸੁਧਾਰ ਹੋਣ ਤੇ ਉਪਜ ਦੇ ਮੰਡੀਕਰਨ ਦੀਆਂ ਸਹੂਲਤਾਂ ਕਾਰਨ ਪੰਜਾਬ ਵਿੱਚ ਇੱਕ ਅਜਿਹਾ ਖੁਸ਼ਹਾਲੀ ਦਾ ਸਮਾਂ ਆਇਆ ਜੋ ਪਹਿਲਾਂ ਕਿਸੇ ਨੇ ਕਦੇ ਵੇਖਿਆ ਹੀ ਨਹੀਂ ਸੀ। ਪਰੰਤੂ ਇਹ ਖੁਸ਼ਹਾਲੀ ਆਪਣੇ ਨਾਲ ਉਹ ਤਬਦੀਲੀਆਂ ਵੀ ਲਿਆਈ ਜਿਸ ਨੇ ਪੂਰੀ ਤਰ੍ਹਾਂ ਪੰਜਾਬੀ ਜਨਜੀਵਨ ਦਾ ਸਮਾਜਿਕ ਢਾਂਚਾ ਹੀ ਬਦਲ ਦਿੱਤਾ। ਖੇਤੀ ਚੋਂ ਆਮਦਨ ਦੇ ਵਾਧੇ ਦਾ ਸਿੱਧਾ ਸਿੱਟਾ ਇਹ ਨਿਕਲਿਆ ਕਿ ਜ਼ਮੀਨ ਦੀ ਕੀਮਤ ਵਿੱਚ ਵਾਧਾ ਹੋ ਗਿਆ। 1870 ਈਸਵੀ ਵਿੱਚ 10 ਰੁਪਏ ਪ੍ਰਤੀ ਏਕੜ ਦੀ ਥਾਂ ਸਦੀ ਦੇ ਬਦਲਣ ਤੇ ਇਹ 100 ਰੁਪਏ ਪ੍ਰਤੀ ਏਕੜ ਹੋ ਗਈ। ਜ਼ਮੀਨ ਬੜੀ ਕੀਮਤੀ ਵਸਤੂ ਬਣ ਗਈ ਤੇ ਛੋਟੇ ਕਿਸਾਨ ਆਪਣੀ ਖੇਤ ਮਾਲਕੀ ਵੇਚਣ ਦਾ ਲਾਲਚ ਰੋਕ ਨਾ ਸਕੇ। ਭੂਮੀਹੀਣ ਕਿਸਾਨਾਂ ਦੀ ਗਿਣਤੀ ਖਤਰਨਾਕ ਹੱਦ ਤੱਕ ਵਧ ਗਈ। 1869 ਦੇ ਕਾਲ ਤੇ ਪਸ਼ੂ ਧਨ ਦੀ ਭਾਰੀ ਮ੍ਰਿਤੂ ਦਰ ਕਾਰਨ ਸਮੱਸਿਆ ਹੋਰ ਗੰਭੀਰ ਹੋ ਗਈ। ਕਿਸਾਨ ਮਾਮਲਾ ਨਾ ਦੇ ਸਕੇ ਤੇ ਉਹਨਾਂ ਨੂੰ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਿਆ। 1870 ਵਿੱਚ ਕਿਸਾਨਾਂ ਦੀ ਕਰਜ਼ਦਾਰੀ ਦਾ ਉਹ ਦੌਰ ਆਰੰਭ ਹੋਇਆ ਜੋ ਪਹਿਲਾਂ ਕਿਸਾਨਾਂ ਨੇ ਕਦੇ ਵੇਖਿਆ ਨਹੀਂ ਸੀ। 1877 ਤੋਂ ਜਿਹੜਾ ਕਿ ਥੋੜ੍ਹਾਂ ਦਾ 21 ਸਾਲ ਸੀ, ਸਥਿਤੀ ਹੋਰ ਗੰਭੀਰ ਹੋ ਗਈ। ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੇ ਜਟਿਲ ਕਾਨੂੰਨੀ ਢਾਂਚੇ ਕਾਰਨ ਕਿਸਾਨਾਂ ਦੀ ਗਰੀਬੀ ਤੇ ਸ਼ਾਹੂਕਾਰਾਂ ਤੇ ਵਕੀਲਾਂ ਦੀ ਸਮਰਿੱਧੀ ਵਿੱਚ ਵਾਧਾ ਹੋਇਆ। ਥੋਰਬਰਨ ਨੇ ਲਿਖਿਆ, ਵਾਹੀ ਖੇਤੀ ਦਾ ਨਫਾ ਸ਼ਾਹੂਕਾਰ ਲੈ ਗਏ। ਇਹ ਅਜਿਹੀ ਕ੍ਰਾਂਤੀ ਹੈ ਜੋ ਭਾਰਤ ਵਿੱਚ ਪਹਿਲਾਂ ਕਦੇ ਕਿਸੇ ਨਹੀਂ ਵੇਖੀ, ਪਰ ਸਾਡੇ ਪ੍ਰਬੰਧ ਨੇ ਇਹੋ ਕੁਝ ਹੀ ਲਿਆਂਦਾ ਹੈ। ਕਰਜ਼ ਦੇਣਾ ਇੱਕ ਪ੍ਰਸਿੱਧ ਧੰਦਾ ਬਣ ਗਿਆ। ਪਹਿਲਾਂ ਸ਼ਾਹੂਕਾਰ ਜ਼ਮੀਨ ਵਰਗੀ ਕਿਸੇ ਚੀਜ਼ ਤੇ ਕਰਜ਼ ਦੇਣ ਤੋਂ ਨਫ਼ਰਤ ਕਰਦੇ ਸਨ। ਹੁਣ ਜ਼ਮੀਨ ਦੀ ਮਾਲਕੀ ਦੇ ਬੋਝ ਤੋਂ ਬਿਨਾਂ ਹੀ ਇਸ ਦੀ ਫਸਲ ਤੇ ਕਰਜ਼ਾ ਦੇ ਦਿੰਦੇ ਸਨ। ਉਹਨਾਂ ਦੇ ਵਿਹਾਰ ਬਹੁਤ ਅਨੈਤਿਕ ਸਨ। ਉਹ ਝੂਠਾ ਹਿਸਾਬ ਕਿਤਾਬ ਰੱਖਦੇ ਸਨ ਤੇ ਇਤਨਾ ਸੂਦ ਲੈਂਦੇ ਸਨ ਜਿਸ ਨਾਲ ਉਹਨਾਂ ਦੀ ਸਾਮੀ ਸਦਾ ਹੀ ਕਰਜ਼ਦਾਰ ਰਹਿੰਦੀ ਸੀ। ਪਰੰਤੂ ਵਾਹੀਕਾਰ ਨੇ ਆਪਣੀ ਹਾਲਤ ਸੁਧਾਰਨ ਲਈ ਕੋਈ ਯਤਨ ਨਾ ਕੀਤਾ। ਜੱਟ ਸਿੱਖ ਨੇ ਆਪਣੇ ਗਮ ਗਲਤ ਕਰਨ ਲਈ ਸ਼ਰਾਬ ਪੀਣ ਦੀ ਪਿਤਾ ਪੁਰਖੀ ਆਦਤ ਦਾ ਆਸਰਾ ਲਿਆ। ਮਾਲਵਾ ਦੇ ਕੁਝ ਜ਼ਿਲ੍ਹਿਆਂ ਵਿੱਚ ਉਹਨਾਂ ਦਾ ਝੁਕਾਅ ਅਫੀਮ ਵੱਲ ਹੋ ਗਿਆ। ਇਸ ਨਸ਼ੇ ਦੀ ਆਦਤ ਵਿੱਚ ਵਾਧੇ ਨਾਲ ਜ਼ੁਰਮਾਂ ਵਿੱਚ ਵੀ ਵਾਧਾ ਹੋਇਆ। ਪਰਿਵਾਰਕ ਲੜਾਈ ਝਗੜਿਆਂ ਤੇ ਨਹਿਰੀ ਪਾਣੀ ਨਾਲ ਸੰਬੰਧਿਤ ਖੈਬੜਬਾਜ਼ੀ ਜੋ ਸਭ ਵਾਹੀਕਾਰ ਬਰਾਦਰੀਆਂ ਵਿੱਚ ਆਮ ਹੀ ਸੀ ਤੋਂ ਬਿਨਾਂ ਵੀ ਜੱਟ ਸਿੱਖ ਅਕਾਰਨ ਹੀ ਮਨੋਰਥ ਤੇ ਉਤੇਜਨਾ ਦੇ ਬਿਨਾਂ ਲੜਾਈ ਝਗੜੇ ਕਰਦੇ ਸਨ ਤੇ ਕਚਹਿਰੀਆਂ ਵਿੱਚ ਮੁਕੱਦਮੇ ਭੁਗਤਣ ਲਈ ਵੀ ਕਰਜ਼ਾ ਲੈਂਦੇ ਸਨ। ਕਰਜ਼ਦਾਰੀ ਦੇ ਹੋਰ ਵੀ ਕਈ ਕਾਰਨ ਸਨ, ਜਿਵੇਂ ਵਿਆਹਾਂ ਦੇ ਖਰਚਿਆਂ ਲਈ, ਲੜਕੀਆਂ ਲਈ ਦਾਜ ਦੇਣ ਲਈ, ਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਸਤਰੀਆਂ ਦੀ ਘਾਟ ਸੀ ਉੱਥੇ ਤੀਵੀਆਂ ਮੁੱਲ ਲੈਣ ਲਈ ਵੀ ਕਰਜ਼ ਲਿਆ ਜਾਂਦਾ ਸੀ। ਪੰਜਾਬੀ ਕਿਸਾਨ ਭਾਰਤ ਵਿੱਚ ਦੂਸਰੇ ਲੋਕਾਂ ਨਾਲੋਂ ਵਧੇਰੇ ਝਗੜਾਲੂ ਤੇ ਮੁਕੱਦਮੇਬਾਜ਼ ਸਿੱਧ ਹੋਏ ਹਨ। ਅੱਧੀ ਤੋਂ ਥੋੜ੍ਹਾ ਘੱਟ ਪ੍ਰਾਂਤ ਦੀ ਸਭ ਬਾਲਗ ਵਸੋਂ ਕਚਹਿਰੀਆਂ ਵਿੱਚ ਮੁਕੱਦਮੇ ਭੁਗਤਦੀ ਸੀ ਤੇ ਹਰ ਸਾਲ 3-4 ਕਰੋੜ ਰੁਪਏ ਮੁਕੱਦਮਿਆਂ ਤੇ ਖਰਚਦੀ ਸੀ। ਇਸ ਤੋਂ ਬਿਨਾਂ ਕਰਜ਼ ਲੈਣ ਦੇ ਕੁਝ ਕੁਦਰਤੀ ਕਾਰਨ ਵੀ ਸਨ, ਜਿਵੇਂ ਕਿ ਵਸੋਂ ਦਾ ਵਾਧਾ। 1855 ਤੋਂ 1881 ਤੱਕ ਪੰਜਾਬ ਦੀ ਵਸੋਂ ਵਿੱਚ 20% ਵਾਧੇ ਦਾ ਅਨੁਮਾਨ ਲਾਇਆ ਗਿਆ ਸੀ। ਜ਼ਮੀਨ ਉੱਪਰ ਦਬਾਅ ਬਹੁਤ ਵੱਧ ਗਿਆ ਤੇ ਖੇਤੀ ਮਾਲਕੀ ਲਾਹੇਵੰਦੀ ਨਾ ਰਹੀ। ਨਹਿਰੀ ਕਲੋਨੀਆਂ ਦੇ ਸ਼ਾਂਤੀ ਭਰਪੂਰ ਦਿਨ ਛੇਤੀ ਹੀ ਸਮਾਪਤ ਹੋ ਗਏ ਸਨ। ਭੂਮੀ ਇੰਤਕਾਲ ਦਾ ਕਾਨੂੰਨ 1900, ਲੈਂਡ ਐਲੀਏਨੇਸ਼ਨ ਐਕਟ 1900। ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਵਿੱਚ ਹਿੰਦੂ ਸਿੱਖ ਮਹਾਜਨਾਂ ਦੇ ਕਤਲ ਖਿਜੇ ਹੋਏ ਕਰਜ਼ਦਾਰਾਂ ਹੱਥੋਂ ਆਮ ਵਰਤਾਰਾ ਹੀ ਬਣ ਗਏ। ਸਰਕਾਰ ਨੂੰ ਅਸੰਤੁਸ਼ਟ ਕਿਸਾਨਾਂ ਤੋਂ ਹੁਣ ਖਤਰੇ ਦਾ ਅਹਿਸਾਸ ਹੋਇਆ, ਖਾਸ ਕਰਕੇ ਉਸ ਕਿਰਸਾਨੀ ਤੋਂ ਜਿਨ੍ਹਾਂ ਵਿੱਚੋਂ ਫੌਜ ਲਈ ਬਹੁਤੇ ਜਵਾਨ ਭਰਤੀ ਕਰਦੀ ਹੈ ਤੇ ਜਿਸ ਦੀ ਵਫਾਦਾਰੀ ਉੱਪਰ ਮੁਲਕ ਦੀ ਅੰਦਰੂਨੀ ਸੁਰੱਖਿਆ ਨਿਰਭਰ ਕਰਦੀ ਹੈ। ਲੈਂਡ ਐਲੀਏਨੇਸ਼ਨ ਐਕਟ ਸ਼ਾਹੂਕਾਰਾਂ ਦੇ ਧੜੇ ਤੋਂ ਕਿਸਾਨਾਂ ਨੂੰ ਮੁਕਤ ਕਰਾਉਣ ਲਈ ਤਿਆਰ ਕੀਤਾ ਗਿਆ। ਇਸ ਨਾਲ ਡਿਗਰੀਆਂ ਉਗਰਾਉਣ ਲਈ ਜ਼ਮੀਨ ਦੀ ਕੁਰਕੀ ਤੇ ਰੋਕ ਲਾ ਦਿੱਤੀ ਤੇ ਉਹ ਰਹਿਣਨਾਮੇ ਗੈਰ ਕਾਨੂੰਨੀ ਕਰਾਰ ਦੇ ਦਿੱਤੇ ਜਿਨ੍ਹਾਂ ਨਾਲ ਜ਼ਮੀਨ ਵੇਚਣ ਦੀ ਸ਼ਰਤ ਲੱਗੀ ਹੋਈ ਸੀ। ਇਸ ਨੇ ਵਿਸ਼ੇਸ਼ ਪ੍ਰਵਾਨਗੀ ਤੋਂ ਬਿਨਾਂ ਕਾਸ਼ਤਕਾਰ ਜਾਤੀਆਂ ਦੀ ਜ਼ਮੀਨ ਗੈਰ ਕਾਸ਼ਤਕਾਰਾਂ ਕੋਲ ਵੇਚਣ ਦੀ ਮਨਾਹੀ ਕਰ ਦਿੱਤੀ। ਇਸ ਅਨੁਸਾਰ ਕਾਸ਼ਤਕਾਰਾਂ ਦੀ ਜ਼ਮੀਨ ਗੈਰ ਕਾਸ਼ਤਕਾਰਾਂ ਕੋਲ ਰਹਿਣ ਕਰਨੀ ਵੀ ਗੈਰ ਕਾਨੂੰਨੀ ਘੋਸ਼ਿਤ ਕੀਤੀ ਗਈ, ਜਦ ਤੱਕ ਰਹਿਣ ਕੀਤੀ ਜ਼ਮੀਨ ਦੀ ਆਪਣੇ ਆਪ ਛੁੱਟਣ ਦੀ ਧਾਰਾ ਨਾਲ ਨਾ ਹੋਵੇ। ਇਹਨਾਂ ਧਾਰਾਵਾਂ ਨੂੰ ਅਮਲ ਵਿੱਚ ਲਿਆਉਣਾ ਯਕੀਨੀ ਬਣਾਉਣ ਲਈ ਕਾਨੂੰਨ ਨੇ ਜ਼ਮੀਨ ਠੇਕੇ ਤੇ ਦੇਣ ਲਈ
ਹੱਦ 5 ਸਾਲ ਲਈ ਸੀਮਤ ਕਰ ਦਿੱਤੀ। ਇਸ ਕਾਨੂੰਨ ਅਨੁਸਾਰ ਕਾਸ਼ਤਕਾਰਾਂ ਦੇ ਹਿੱਤ ਸੁਰੱਖਿਅਤ ਕਰਨ ਵਿੱਚ ਤਾਂ ਸਫਲਤਾ ਮਿਲ ਗਈ, ਪਰ ਇਸਨੇ ਜਾਤੀਗਤ ਵਿਤਕਰੇ ਤੇ ਅਲੈਦਗੀ ਦੇ ਬੀਜ ਬੀਜ ਦਿੱਤੇ। ਕੌਣ ਕਾਸ਼ਤਕਾਰ ਸੀ ਤੇ ਕੌਣ ਗੈਰ ਕਾਸ਼ਤਕਾਰ, ਇਸ ਸਵਾਲ ਦਾ ਨਿਪਟਾਰਾ ਜ਼ਮੀਨ ਦੀ ਵਾਸਤਵਿਕ ਮਾਲਕੀ ਨਹੀਂ, ਸਗੋਂ ਜ਼ਾਤ ਅਨੁਸਾਰ ਹੁੰਦਾ ਸੀ। ਇਸ ਤਰ੍ਹਾਂ ਸਭ ਜੱਟ, ਰਾਜਪੂਤ ਤੇ ਅਨੁਸੂਚਿਤ ਜਾਤੀਆਂ ਦੇ ਲੋਕ ਕਾਸ਼ਤਕਾਰ ਮੰਨ ਲਏ ਗਏ, ਜਦੋਂ ਕਿ ਸਭ ਖੱਤਰੀ, ਰੋੜੇ ਤੇ ਬਾਣੀਏ ਗੈਰ ਕਾਸ਼ਤਕਾਰ ਕਰਾਰ ਦਿੱਤੇ ਗਏ। ਕਾਨੂੰਨ ਨੇ ਜੱਟ, ਮਹਾਜਨਾਂ ਤੇ ਰੋੜਾ ਕਾਸ਼ਤਕਾਰ ਵਿੱਚ ਕੋਈ ਛੋਟ ਨਾ ਕੀਤੀ। ਕਈ ਜ਼ਿਲ੍ਹਿਆਂ ਵਿੱਚ ਬ੍ਰਾਹਮਣਾਂ ਨੂੰ ਕਾਸ਼ਤਕਾਰ ਤੇ ਕਈਆਂ ਵਿੱਚ ਉਹਨਾਂ ਨੂੰ ਗੈਰ ਕਾਸ਼ਤਕਾਰ ਐਲਾਨਿਆ ਗਿਆ। ਵਿਅਕਤੀਆਂ ਦੀਆਂ ਔਕੜਾਂ ਇਤਨੀਆਂ ਨਹੀਂ ਸਨ ਜਿਤਨੀਆਂ ਗੰਭੀਰ ਬਸੋਂ ਦੀ ਜ਼ਾਤੀ ਦੇ ਆਧਾਰ ਤੇ ਵੰਡ ਸੀ। ਮੁਸਲਮਾਨ, ਜਿਨ੍ਹਾਂ ਵਿੱਚ ਜ਼ਾਤ-ਪਾਤ ਦੀ ਕੋਈ ਮਹੱਤਤਾ ਨਹੀਂ ਸੀ, ਉਹਨਾਂ ਤੇ ਕੋਈ ਖਾਸ ਪ੍ਰਭਾਵ ਨਾ ਪਿਆ, ਨਾ ਹੀ ਇਸ ਦੇ ਵਿਪਰੀਤ ਕਾਰਨਾਂ ਕਰਕੇ ਹਿੰਦੂਆਂ ਤੇ। ਹਿੰਦੀ ਬੋਲਦੇ ਹਿੰਦੂ ਜੱਟ ਹਰਿਆਣਾ ਵਿੱਚ ਕੇਂਦਰਿਤ ਸਨ ਤੇ ਉਹਨਾਂ ਦੀ ਪੰਜਾਬੀ ਬੋਲਦੇ ਪੰਜਾਬ ਦੇ ਖੱਤਰੀਆਂ ਤੇ ਅਰੋੜਾ ਹਿੰਦੂਆਂ ਨਾਲ ਘੱਟ ਹੀ ਸਾਂਝ ਸੀ। ਸਭ ਤੋਂ ਅਧਿਕ ਪ੍ਰਭਾਵ ਜਿਸ ਫਿਰਕੇ ਤੇ ਪਿਆ, ਉਹ ਸਿੱਖ ਸਨ। ਉਹਨਾਂ ਨੇ ਜ਼ਾਤ-ਪਾਤ ਦੀਆਂ ਬੰਦਿਸ਼ਾਂ ਖਤਮ ਕਰਨ ਲਈ ਕਾਫੀ ਉਦਮ ਕੀਤਾ ਸੀ ਤੇ ਉਹਨਾਂ ਵਿੱਚ ਕਾਫੀ ਵੱਡੀ ਗਿਣਤੀ ਖੱਤਰੀ ਤੇ ਅਰੋੜੇ ਸਿੱਖਾਂ ਦੀ ਸੀ, ਤੇ ਉਹ ਕਿਉਂਕਿ ਖੇਤੀ ਕਰਦੇ ਸਨ, ਉਹਨਾਂ ਦੀ ਆਪਣੇ ਜੱਟ ਸਿੱਖ ਸਹਿਧਰਮੀਆਂ ਨਾਲ ਆਰਥਿਕ ਹਿੱਤਾਂ ਦੀ ਸਾਂਝ ਬਣ ਗਈ ਸੀ। ਜ਼ਮੀਨੀ ਇੰਤਕਾਲ ਦੇ ਕਾਨੂੰਨ ਨੇ ਜੱਟ ਸਿੱਖ ਕਿਸਾਨ ਤੇ ਗੈਰ ਜੱਟ ਸਿੱਖ ਕਿਸਾਨ ਦੇ ਸਬੰਧ ਤੋੜ ਕੇ ਉਹਨਾਂ ਨੂੰ ਵਿਰੋਧੀ ਧਿਰਾਂ ਵਜੋਂ ਲਿਆ ਖੜਾ ਕੀਤਾ। ਸਿੱਟੇ ਵਜੋਂ ਜੱਟ ਸਿੱਖ, ਜੱਟ ਹਿੰਦੂ ਤੇ ਜੱਟ ਮੁਸਲਮਾਨ ਦੇ ਵਧੇਰੇ ਨੇੜੇ ਹੋ ਗਿਆ ਤੇ ਅਰੋੜੇ ਤੇ ਖੱਤਰੀ ਸਿੱਖ, ਅਰੋੜਾ ਤੇ ਖੱਤਰੀ ਹਿੰਦੂਆਂ ਦੇ ਨੇੜੇ ਹੋ ਗਏ। ਸਿਆਸੀ ਜੀਵਨ ਵਿੱਚ ਸਿੱਖ ਜੱਟਾਂ ਦੇ ਸਾਂਝੇ ਆਰਥਿਕ ਹਿੱਤ ਦੂਸਰੇ ਜੱਟਾਂ ਨਾਲ ਗੈਰ ਜੱਟ ਸਿੱਖਾਂ ਦੇ ਟਾਕਰੇ ਤੇ ਉੱਭਰ ਕੇ ਆਏ। ਆਰਥਿਕ ਤੇ ਸਿਆਸੀ ਮਤਭੇਦਾਂ ਨੇ ਅੰਤ ਵਿੱਚ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਸਿੱਖ ਜੱਟਾਂ ਨੇ ਗੈਰ ਜੱਟ ਸਿੱਖਾਂ ਨਾਲੋਂ ਹਿੰਦੂ ਜੱਟਾਂ ਵਿੱਚ ਵਿਆਹ ਕਰਾਉਣ ਨੂੰ ਤਰਜੀਹ ਦਿੱਤੀ ਤੇ ਸਿੱਖ ਖੱਤਰੀਆਂ ਤੇ ਰੋੜਿਆਂ ਨੇ ਜੱਟ ਸਿੱਖਾਂ ਨਾਲੋਂ ਬਰਾਬਰ ਦੀਆਂ ਹਿੰਦੂ ਜਾਤੀਆਂ ਵਿੱਚ ਆਪਸੀ ਵਿਆਹ ਕਰਾਉਣ ਨੂੰ ਪਹਿਲ ਦਿੱਤੀ। ਅੰਤ ਵਿੱਚ ਸਿੱਖਾਂ ਵਿੱਚ ਇੱਕ ਹੋਰ ਤੀਸਰੀ ਜ਼ਾਤ ਮੰਡਲੀ ਅਛੂਤਾਂ ਦੀ ਵੀ ਸੀ। ਸਿੱਖ ਅਛੂਤਾਂ ਨੇ ਅਨੁਭਵ ਕੀਤਾ ਕਿ ਉਹਨਾਂ ਦੀ ਉੱਚ ਜਾਤੀ ਦੇ ਸਿੱਖਾਂ ਨਾਲੋਂ ਹਿੰਦੂ ਅਛੂਤਾਂ ਨਾਲ ਵਧੇਰੇ ਸਾਂਝ ਹੈ। ਉਹਨਾਂ ਨੇ ਅਨੁਸੂਚਿਤ ਜਾਤੀਆਂ ਵਾਲੇ ਕਾਨੂੰਨੀ ਅਧਿਕਾਰਾਂ ਦੀ ਮੰਗ ਕੀਤੀ। ਸੰਖੇਪ ਵਿੱਚ ਭੂਮੀ ਇੰਤਕਾਲ ਕਾਨੂੰਨ ਦੇ ਨਾਲ ਧਰਮ ਨਾਲੋਂ ਜ਼ਾਤ ਦਾ ਮਹੱਤਵ ਵੱਧ ਗਿਆ। ਸਿੱਖ ਤਿੰਨ ਜ਼ਾਤ ਵਰਗਾਂ, ਜੱਟਾਂ, ਗੈਰ ਜੱਟਾਂ, ਜਿਨ੍ਹਾਂ ਵਿੱਚ ਬ੍ਰਾਹਮਣ, ਖੱਤਰੀ, ਵੈਸ਼ ਸ਼ਾਮਲ ਸਨ, ਤੇ ਅਛੂਤਾਂ, ਮਜ਼੍ਹਬੀਆਂ, ਰਾਮਦਾਸੀਆਂ, ਸਿਕਲੀਗਰਾਂ, ਕਬੀਰ ਪੰਥੀਆਂ ਆਦਿ ਵਿੱਚ ਵੰਡੇ ਗਏ। 1907 ਦਾ ਕਿਸਾਨ ਅੰਦੋਲਨ। ਲੈਂਡ ਐਲੀਏਸ਼ਨ ਐਕਟ ਨੇ ਕਾਸ਼ਤ ਵਾਲੀ ਭੂਮੀ ਨੂੰ ਮਹਾਜਨਾਂ ਦੇ ਹੱਥਾਂ ਤੋਂ ਜਾਣੋ ਤਾਂ ਬਚਾ ਲਿਆ, ਪਰ ਇਸਨੇ ਪੇਂਡੂ ਕਰਜ਼ੇ ਦੀ ਸਮੱਸਿਆ ਨੂੰ ਹੱਲ ਨਾ ਕੀਤਾ। ਪੰਜਾਬ ਉੱਪਰ ਕਈ ਕਿਆਮਤਾਂ ਆਈਆਂ, ਕਈ ਜ਼ਿਲ੍ਹਿਆਂ ਵਿੱਚ 2 ਵਾਰ ਕਾਲ ਪਿਆ ਤੇ ਕਈ ਵਾਰ ਸਾਰੇ ਪ੍ਰਾਂਤ ਵਿੱਚ ਗਿਲਟੀਦਾਰ ਪਲੇਗ ਦੀ ਮਹਾਮਾਰੀ ਫੈਲੀ, ਜਿਸ ਨਾਲ 40 ਲੱਖ ਤੋਂ ਉੱਪਰ ਜਾਨਾਂ ਗਈਆਂ। ਸ਼ਾਸਨ ਇਹਨਾਂ ਆਫਤਾਂ ਪ੍ਰਤੀ ਅਣਭਿੱਜ ਰਿਹਾ। ਇਸ ਨੇ ਮਾਮਲਾ ਮਾਫ ਕਰਨ ਦੀ ਥਾਂ ਹਰ ਬੰਦੋਬਸਤ ਵਿੱਚ ਇਸ ਨੂੰ ਵਧਾਉਣਾ ਜਾਰੀ ਰੱਖਿਆ ਤੇ ਭੁਗਤਾਨ ਨਾ ਕਰ ਸਕਣ ਵਾਲਿਆਂ ਨੂੰ ਭਾਰੀ ਸਜ਼ਾਵਾਂ ਦਿੱਤੀਆਂ। ਬੇਚੈਨੀ ਦਾ ਤੁਰਤ ਕਾਰਨ ਚਨਾਬ ਦੀਆਂ ਨਹਿਰਾਂ ਵਾਲੀ ਨੌ ਆਬਾਦੀ ਵਾਲੀਆਂ ਜ਼ਮੀਨਾਂ ਦੇ ਕਰ ਲਾਉਣ ਦਾ ਬਿੱਲ ਪੇਸ਼ ਕਰਨਾ ਸੀ। ਬਿੱਲ ਇਸ ਧਾਰਨਾ ਕਰਕੇ ਪਾਸ ਕੀਤਾ ਗਿਆ ਕਿ ਜ਼ਮੀਨ ਸਰਕਾਰ ਦੀ ਹੈ ਤੇ ਕਿਸਾਨ ਕੇਵਲ ਮੁਜ਼ਾਹਰੇ ਸਨ। ਇਹ ਕਿਸਾਨਾਂ ਦੇ ਮਾਲਕੀ ਹਕੂਕ ਦੀ ਪ੍ਰਚਲਿਤ ਧਾਰਨਾ ਦੇ ਵਿਰੁੱਧ ਸੀ। ਜਿਹੜੀਆਂ ਸਭ ਤੋਂ ਜ਼ਿਆਦਾ ਚੁਭਵੀਆਂ ਤੇ ਦਿਲ ਦੁਖਾਵੀਆਂ ਧਾਰਾਵਾਂ ਸਨ, ਉਹਨਾਂ ਦਾ ਸਬੰਧ ਆਬਦਕਾਰਾਂ ਨੂੰ ਵਸੀਅਤ ਕਰਨ ਦੇ ਹੱਕ ਤੋਂ ਵੰਚਿਤ ਕਰਨਾ ਤੇ ਉਹਨਾਂ ਨੂੰ ਆਪਣੇ ਖੇਤਾਂ 'ਚੋਂ ਦਰਖਤ ਕੱਟਣ ਦੇ ਹੱਕ ਤੇ ਰੋਕ ਲਾਉਣਾ ਸੀ। ਘਰਾਂ ਦੇ ਨਮੂਨੇ ਤੇ ਸਫਾਈ ਦੀ ਪੱਧਰ ਬਾਰੇ ਧਾਰਾਵਾਂ ਤਾਂ ਇਤਰਾਜ਼ਯੋਗ ਨਹੀਂ ਸਨ, ਪਰ ਉਹ ਧਾਰਾ ਇਤਰਾਜ਼ਯੋਗ ਸੀ ਜਿਸ ਵਿੱਚ ਪ੍ਰਸ਼ਾਸਨ ਨੂੰ ਭੁੱਲ ਚੁੱਕ ਦਿੱਤ ਉੱਪਰ ਕਬਜ਼ਾ ਕਰ ਲੈਣ ਦਾ ਅਧਿਕਾਰ ਸੀ। ਭਾਰਤੀ ਪ੍ਰੈਸ ਤੇ ਪੰਜਾਬ ਕਾਨੂੰਨ ਸਾਜ਼ ਅਸੈਂਬਲੀ ਦੇ ਮੈਂਬਰਾਂ ਨੇ ਬਿੱਲ ਦੀ ਸਖਤ ਆਲੋਚਨਾ ਕੀਤੀ। ਸਿੱਖਾਂ ਵੱਲੋਂ ਬੋਲਦਿਆਂ ਪ੍ਰਤਾਪ ਸਿੰਘ ਆਹਲੂਵਾਲੀਆ ਨੇ ਇਤਰਾਜ਼ ਕਰਦਿਆਂ ਕਿਹਾ ਕਿ ਬਿੱਲ ਦਾ ਮਨੋਰਥ ਸਰਕਾਰ ਨੂੰ ਵਿਸਵੇਦਾਰ ਤੇ ਪ੍ਰਬੰਧਕ ਦੋਵੇਂ ਹੀ ਬਣਾ ਦਿੰਦਾ ਹੈ। ਇਹ ਮਜ਼ਾਰੇ ਦੀ ਕੀਮਤ ਤੇ ਪ੍ਰਬੰਧਕ ਦੇ ਹੱਕਾਂ ਵਿੱਚ ਵਾਧਾ ਕਰਦਾ ਹੈ ਤੇ ਉਹਨਾਂ ਨੂੰ ਦੀਵਾਨੀ ਅਦਾਲਤ ਦੀ ਸੁਰੱਖਿਆ ਤੋਂ ਵੰਚਿਤ ਕਰਦਾ ਹੈ। ਉਸ ਦੇ ਇਤਰਾਜ਼ ਰੱਦ ਕਰ ਦਿੱਤੇ ਗਏ। ਜਦੋਂ ਨੌ ਆਬਾਦਕਾਰੀ ਬਿੱਲ ਲੋਕਾਂ ਨੂੰ ਅੰਦੋਲਨ ਕਰਨ ਲਈ ਉਤੇਜਿਤ ਕਰ ਰਿਹਾ ਸੀ ਤਾਂ ਰਾਵਲਪਿੰਡੀ ਜ਼ਿਲ੍ਹੇ ਦੇ ਨਵੇਂ ਬੰਦੋਬਸਤ ਵਿੱਚ ਲਗਾਨ ਦੀ ਦਰ ਵਧਾ ਦਿੱਤੀ ਗਈ ਤੇ ਬਾਰੀ ਦੁਆਬ ਨਹਿਰਾਂ ਦਾ ਆਬਿਆਨਾ ਵੀ ਵਧਾ ਦਿੱਤਾ ਗਿਆ। ਇਸ ਕਾਰਵਾਈ ਤੋਂ ਲੈਲਪੁਰ, ਯਾਨੀ ਜਿਸ ਨੂੰ ਕਿ ਵਧੇਰੇ ਕਰਕੇ ਸਿੱਖਾਂ ਨੇ ਆਬਾਦ ਕੀਤਾ ਸੀ, ਤੇ ਰਾਵਲਪਿੰਡੀ ਦੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ।
ਦੁਖੀ ਕਿਰਸਾਨੀ ਨੇ ਪੰਜਾਬ ਨੂੰ ਕ੍ਰਾਂਤੀ ਦੇ ਬੀਜ ਬੀਜਣ ਲਈ ਬੜੀ ਉਪਜਾਊ ਭੂਮੀ ਬਣਾ ਦਿੱਤਾ ਤੇ ਇਹ ਬੀਜ ਸਾਰੇ ਭਾਰਤ ਤੇ ਅਸਲੀਅਤ ਇਹ ਹੈ ਕਿ ਸਾਰੇ ਏਸ਼ੀਆ ਤੋਂ ਹੀ ਹਵਾ ਦੇ ਝੋਂਕੇ ਵਾਂਗ ਬਹੁਤਾਤ ਵਿੱਚ ਆਇਆ। ਸਿੱਧੜ ਤੇ ਗੰਵਾਰ ਪੰਜਾਬੀ ਜੋ ਯੂਰਪੀਨਾਂ ਨੂੰ ਆਪਣਾ ਮਾਈ ਬਾਪ ਸਮਝਦੇ ਸਨ ਤੇ ਜਿਨ੍ਹਾਂ ਦਾ ਉਹ ਪੀਲੇ ਭੂਰੇ ਤੇ ਕਾਲੇ ਲੋਕਾਂ ਦੀਆਂ ਘਟੀਆ ਨਸਲਾਂ ਉੱਪਰ ਰਾਜ ਕਰਨ ਦਾ ਰੱਬੀ ਹੱਕ ਸਮਝਦੇ ਸਨ ਨੇ ਰੂਸੀਆਂ ਉੱਪਰ ਜਾਪਾਨੀ ਫੌਜਾਂ ਦੀ ਜਿੱਤ ਦੀ ਗੂੰਜਾਂ ਪਾਉਂਦੀ ਖਬਰ ਸੁਣੀ। ਉਹਨਾਂ ਨੇ ਇਹ ਵੀ ਸੁਣਿਆ ਕਿ ਉਹਨਾਂ ਦੇ ਆਪਣੇ ਹਮਵਤਨਾਂ ਨੇ ਸਰਕਾਰ ਨੂੰ 1905 ਦੀ ਬੰਗਾਲ ਦੀ ਵੰਡ ਯਾਨੀ ਬੰਗ ਭੰਗ ਰੱਦ ਕਰਨ ਲਈ ਮਜਬੂਰ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ। ਭਾਰਤ ਵਿੱਚ ਦਾਦਾ ਭਾਈ ਨਰੋਜੀ ਤੇ ਰਾਨੇੜ ਦੀ ਨਰਮ ਨੀਤੀ ਦੀ ਥਾਂ ਤਿਲਕ ਤੇ ਆਤੰਕਵਾਦੀਆਂ ਨੇ ਗਰਮ ਖਿਆਲੀ ਤੇ ਇਨਕਲਾਬੀ ਢੰਗ ਤਰੀਕੇ ਅਪਣਾ ਲਏ ਸਨ। ਤਿਲਕ ਨੇ ਐਲਾਨ ਕੀਤਾ, ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ। ਜੇ ਤੁਸੀਂ ਸਾਨੂੰ ਸਵਰਾਜ ਨਹੀਂ ਦਿਓਗੇ ਤਾਂ ਅਸੀਂ ਤੁਹਾਡੀ ਬੋਟੀ ਬੋਟੀ ਕਰ ਦਿਆਂਗੇ। ਆਤੰਕਵਾਦੀਆਂ ਨੇ ਕਿਹਾ। ਇਸ ਗੱਲ ਦੀ ਘਾਟੀ ਸੰਭਾਵਨਾ ਸੀ ਕਿ ਜੋ ਝੱਖੜ ਹਿੰਦੁਸਤਾਨ ਵਿੱਚ ਝੁਲ ਗਿਆ ਸੀ ਉਹ ਪੰਜਾਬ ਤੋਂ ਪਾਸੇ-ਪਾਸੇ ਲੰਘ ਜਾਵੇਗਾ। ਸ਼ਹਿਰੀ ਸਿਆਸਤਦਾਨਾਂ ਨੇ ਵਿਰੋਧ ਵਿੱਚ ਜਲਸੇ ਜਲੂਸਾਂ ਦੀ ਅਗਵਾਈ ਕੀਤੀ। ਰਾਸ਼ਟਰਵਾਦੀ ਪ੍ਰੈਸ ਨੇ ਉਹਨਾਂ ਦਾ ਸਮਰਥਨ ਕੀਤਾ ਤੇ ਉਹਨਾਂ ਦੀ ਸਹਾਇਤਾ ਕਰਨ ਦੀ ਤਾਂਘ ਨਾਲ ਉਹਨਾਂ ਦੀਆਂ ਸ਼ਿਕਾਇਤਾਂ ਕਰਨ ਲਈ ਨੌ ਆਬਾਦਕਾਰੀ ਬਿੱਲ ਨੂੰ ਕਾਲੇ ਭੂਰੇ ਤੇ ਗੋਰੀ ਜਾਤੀ ਦੇ ਲੋਕਾਂ ਦਾ ਮਸਲਾ ਬਣਾ ਕੇ ਪੇਸ਼ ਕੀਤਾ। ਅੰਗਰੇਜ਼ ਅਧਿਕਾਰੀਆਂ ਨੇ ਦ ਟ੍ਰਿਬਿਊਨ ਅਤੇ ਪੰਜਾਬੀ ਉੱਪਰ ਹੱਤਕ ਇੱਜ਼ਤ ਦੇ ਮੁਕੱਦਮੇ ਦਾਇਰ ਕੀਤੇ। ਇੰਡੀਆ ਤੇ ਹਿੰਦੁਸਤਾਨ ਉੱਪਰ ਸਰਕਾਰ ਨੇ ਬਗਾਵਤ ਦੇ ਮੁਕੱਦਮੇ ਦਾਇਰ ਕੀਤੇ। ਮਾਰਚ 1907 ਵਿੱਚ ਸ਼ਹਿਰਾਂ ਤੇ ਪ੍ਰਭਾਵਿਤ ਨੌ ਆਬਾਦੀਆਂ ਵਿੱਚ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ। ਹਰ ਇੱਕ ਦੇ ਬੁੱਲ੍ਹਾਂ ਤੇ ਪਗੜੀ ਸੰਭਾਲ ਜੱਟਾਂ ਦਾ ਨਵਾਂ ਗੀਤ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਰਿਵਾਜ਼ ਦੀ ਵਿਦਾਇਗੀ ਪਾਰਟੀ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ। ਵੱਡੇ ਸ਼ਹਿਰਾਂ ਵਿੱਚ ਵਕੀਲਾਂ ਤੇ ਆਰੀਆ ਸਮਾਜੀਆਂ ਨੇ ਵਿਰੋਧ ਵਿੱਚ ਸਮਾਗਮ ਕੀਤੇ। ਸਿਪਾਹੀਆਂ ਦੇ ਵਿਰੋਧ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਤੇ ਸੂਬੇ ਭਰ ਵਿੱਚ ਰੂਸ ਦਿਵਸ ਮਨਾਇਆ ਗਿਆ। ਕਈ ਥਾਵਾਂ ਤੇ ਖਾਸ ਕਰਕੇ ਲੈਲਪੁਰ ਵਿੱਚ ਵਿਖਾਵਾਕਾਰੀਆਂ ਨੂੰ ਸਖਤੀ ਨਾਲ ਖੰਡਾਉਣਾ ਪਿਆ। ਲਾਜਪਤ ਰਾਏ, ਅਜੀਤ ਸਿੰਘ ਤੇ ਕੁਝ ਵਕੀਲ ਜਿਨ੍ਹਾਂ ਤੇ ਗੜਬੜ ਭੜਕਾਉਣ ਦਾ ਸ਼ੱਕ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲੇ ਦੋਵੇਂ ਬਰਮਾ ਵਿੱਚ ਜਲਾਵਤਨ ਕਰ ਦਿੱਤੇ ਗਏ। ਇਸ ਸਖਤੀ ਦੇ ਬਾਵਜੂਦ ਬਿੱਲ ਦਾ ਵਿਰੋਧ ਉਸੇ ਤਰ੍ਹਾਂ ਜਾਰੀ ਰਿਹਾ। ਹਕੂਮਤ ਨੇ ਅਨੁਭਵ ਕਰ ਲਿਆ ਕਿ ਇਸ ਕਦਮ ਨੇ ਸਿੱਖ ਸਿਪਾਹੀਆਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਚੋਂ ਬਹੁਤ ਸਾਰਿਆਂ ਦੇ ਨੌ ਆਬਾਦੀਆਂ 'ਚ ਰਿਸ਼ਤੇਦਾਰ ਹਨ। ਇਸ ਲਈ ਗਵਰਨਰ ਜਨਰਲ ਲਾਰਡ ਮਿੰਟੋ ਨੇ ਬਿੱਲ ਨਾਮਨਜ਼ੂਰ ਕਰ ਦਿੱਤਾ। ਭੂਮੀ ਲਗਾਨ ਤੇ ਆਬਿਆਨਾ ਵੀ ਘੱਟ ਕਰ ਦਿੱਤੇ ਗਏ। ਸਮਰਾਟ ਦੇ ਜਨਮ ਦਿਨ ਨੂੰ ਆਮ ਮਾਫੀ ਦੇਣ ਦਾ ਐਲਾਨ ਕਰਨ ਲਈ ਬਹਾਨੇ ਵਜੋਂ ਵਰਤਿਆ ਗਿਆ ਤੇ ਪੰਜਾਬ ਦੇ ਨੇਤਾ 6 ਮਹੀਨਿਆਂ ਮਗਰੋਂ ਬਰਮਾ ਚੋਂ ਵਾਪਸ ਆ ਗਏ। ਬਾਕੀ ਅਗਲੇ ਹਿੱਸੇ ਵਿੱਚ।